ਲੋਕਰਾਣ ਚੈਨਲ ਪੰਜਾਬੀ ਦੇ ਖਾਸ ਪ੍ਰੋਗਰਾਮ ਖਬਰਾਂ ਟੌਪ ਦੀਆਂ ਵਿੱਚ ਮੈਂ ਸੁਖਵਿੰਦਰ ਸਿੰਘ ਸਿੱਧੂ ਤੁਹਾਡਾ ਸਵਾਗਤ ਕਰਦਾ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਹੁਣ ਦੀਆਂ ਕੁਝ ਵੱਡੀਆਂ ਖਬਰਾਂ ਤੇ ਟੌਪ ਦੀਆਂ ਖਬਰਾਂ ਤੇ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਅੱਜ ਦੀ ਅਹਿਮ ਤੇ ਵੱਡੀ ਖਬਰ ਆ ਰਹੀ ਹੈ ਕਿ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਬੇਅਦਬੀ ਮਾਮਲਿਆਂ ਦੇ ਵਿੱਚ SIT ਬਣਾਈ ਗਈ ਹੈ, ਉਹਨੇ ਅਸਲ ਕਾਰਨ ਲੱਭ ਲਿਆ ਕਿ ਕਿਹਨਾਂ ਦੇ ਵੱਲੋਂ ਬੇਅਦਬੀ ਕੀਤੀ ਗਈ ਹੈ ਤੇ ਕਿਉਂ ਬੇਅਦਬੀ ਜਿਹੜੀ ਕੀਤੀ ਗਈ ਸੀ ਉਹ ਜਿਹੜੇ ਬੰਦੇ ਲੱਭ ਲਏ ਗਏ ਨੇ। ਕੌਣ ਨੇ ਉਹ ਤੇ ਕਿਵੇਂ ਲੱਭੇ ਨੇ ਇਹ ਵੀ ਤੁਹਾਨੂੰ ਦੱਸਾਂਗੇ। ਤੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਕਿ ਕਾਂਗਰਸ ਦਾ ਆਪਸੀ ਕਾਟੋ ਕਲੇਸ਼ ਮਿਟਾਉਣ ਦੇ ਲਈ ਬੇਸ਼ੱਕ ਜਿਹੜੀ ਕਾਂਗਰਸ ਹਾਈ ਕਮਾਨ ਦੇ ਵੱਲੋਂ 3 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਹੋਵੇ, ਪਰ ਹਾਲੇ ਵੀ ਕਾਟੋ ਕਲੇਸ਼ ਘਟਦਾ ਹੋਇਆ ਦਿਖਾਈ ਨਹੀਂ ਦੇ ਰਿਹਾ। ਇੱਕ ਪਾਸੇ ਵਿਧਾਇਕਾਂ, ਮੰਤਰੀਆਂ ਤੇ MPs ਦੀਆਂ ਮੀਟਿੰਗਾਂ ਕਮੇਟੀ ਦੇ ਨਾਲ ਚੱਲ ਰਹੀਆਂ ਨੇ ਤੇ ਦੂਜੇ ਪਾਸੇ ਹਾਰੇ ਹੋਏ ਜਿਹੜੇ ਵਿਧਾਇਕ ਨੇ ਉਹ ਆਪਣੀ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਕੇ ਬੈਠੇ ਨੇ। ਅਸ਼ਵਨੀ ਸ਼ੇਖੜੀ ਦੇ ਵੱਲੋਂ ਬੜੀਆਂ ਵੱਡੀਆਂ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਨੇ, ਆਪਣੀ ਹੀ ਪਾਰਟੀ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਨੇ। ਖਾਸ ਕਰਕੇ ਤ੍ਰਿਪਤ ਰਜਿੰਦਰ ਬਾਜਵਾ, ਜਾਖੜ ਤੇ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਉਹਨਾਂ ਨੇ ਸੂਈ ਰੱਖੀ ਹੈ। ਕੀ ਕੁਝ ਕਹਿੰਦੇ ਨੇ ਸ਼ੇਖੜੀ ਉਹ ਵੀ ਤੁਹਾਨੂੰ ਦੱਸਾਂਗੇ। ਇਹਨਾਂ ਤਮਾਮ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਤੇ ਵਿਚਾਰ ਚਰਚਾ ਲਈ ਮੇਰੇ ਨਾਲ ਸਿਆਸੀ ਮਾਹਰ ਦੇ ਤੌਰ ਤੇ ਮੌਜੂਦ ਰਹਿਣਗੇ ਡਾਕਟਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਆਪਾਂ ਜਿਹੜੀ ਗੱਲਬਾਤ ਹੈ ਉਹ ਜਿਹੜੀ ਇਸ ਵੇਲੇ ਦੀ ਵੱਡੀ ਖਬਰ ਹੈ, ਜਿਹੜੀ ਨਵੀਂ ਬਣੀ SIT ਦੇ ਵੱਲੋਂ ਜਿਹੜੇ ਬੇਅਦਬੀ ਮਾਮਲੇ ਦੇ ਦੋਸ਼ੀ ਹੈ ਉਹ ਜਿਹੜੇ ਨਸ਼ਰ ਕੀਤੇ ਗਏ ਨੇ, ਕਿਹੜੇ ਉਹ ਦੋਸ਼ੀ ਨੇ ਤੇ ਕੀ ਕੁਝ ਇਹਦੇ ਵਿੱਚੋਂ SIT ਦੇ ਵੱਲੋਂ ਨਵਾਂ ਕੱਢ ਕੇ ਲਿਆਂਦਾ ਗਿਆ? ਸੁਖਵਿੰਦਰ ਜੀ, ਇਹ ਚੰਗੀ ਗੱਲ ਹੈ ਕਿ ਜਿਹੜੇ ਨੇ ਇੱਕ ਸਰਕਾਰ ਵੱਲੋਂ ਜੋ ਨਵੀਂ SIT ਬਣਾਈ ਗਈ ਸੀਗੀ ਉਹਨੇ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਇਸ ਬੇਅਦਬੀ ਕਾਂਡ ਦੇ ਮੁੱਖ ਦੋਸ਼ੀ ਨੇ ਉਹਨਾਂ ਨੂੰ ਫੜਿਆ ਜਾਏ ਔਰ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਕੀਤਾ ਜਾਏ। ਉਹ ਇਹੀ ਲੱਭੇ ਜਾ ਰਹੇ ਨੇ ਕਿ ਜਿਹੜੇ ਡੇਰਾ ਪ੍ਰੇਮੀ ਨੇ, ਐਕਚੁਅਲੀ ਜਿਹੜੇ 6 ਡੇਰਾ ਪ੍ਰੇਮੀ ਫੜੇ ਨੇ ਔਰ ਉਹਨਾਂ ਤੋਂ ਇਹੀ ਗੱਲਾਂ ਸਾਹਮਣੇ ਆਈਆਂ ਨੇ ਕਿ ਉਹਨਾਂ ਨੇ ਆਪਣੇ ਗੁਰੂ ਨੂੰ ਜਿਨ੍ਹਾਂ ਨੂੰ ਉਹ ਗੁਰੂ ਮੰਨਦੇ ਆ, ਰਾਮ ਰਹੀਮ ਜੀ, ਉਹਨਾਂ ਨੂੰ ਜਦੋਂ ਫੜ ਲਿਆ ਗਿਆ ਸੀਗਾ, ਉਹਨਾਂ ਨੂੰ ਜਦੋਂ ਕਿਤੇ ਨਾ ਕਿਤੇ ਉਹਨੂੰ ਲੱਗਿਆ ਸੀਗਾ ਇਹਨਾਂ ਦਾ ਅਪਮਾਨ ਕੀਤਾ ਗਿਆ ਹੈ ਔਰ ਕਿਸੇ ਨਾ ਕਿਸੇ ਦੋਸ਼ੀ ਫਿਲਮਾਂ ਨੂੰ ਰੋਕਿਆ ਜਾ ਰਿਹਾ ਸੀ, ਠਹਿਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ। ਔਰ ਖਾਸ ਤੌਰ ਤੇ ਜਦੋਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਫਿਲਮ ਸੀ ਉਸ ਵੇਲੇ ਬਣਾਈ ਗਈ ਮੈਸੇਂਜਰ ਆਫ ਗੋਡ, ਉਸ ਨੂੰ ਰੋਕਣ ਦੀ ਪੰਜਾਬ ਦੇ ਵਿੱਚ ਕੋਸ਼ਿਸ਼ ਕੀਤੀ ਗਈ ਔਰ ਉਸ ਵੇਲੇ ਅਕਾਲੀ ਦਲ ਔਰ BJP ਦੀ ਸੱਤਾ ਸੀਗੀ। ਆਪਾਂ ਨੂੰ ਪਤਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਔਰ ਛੋਟੇ ਸੁਖਬੀਰ ਬਾਦਲ ਜਿਹੜੇ ਨੇ ਉਹ ਖਾਸ ਤੌਰ ਤੇ ਗ੍ਰਹਿ ਮੰਤਰੀ ਸੀਗੇ ਔਰ ਉਸ ਵੇਲੇ ਇਹ ਸਾਰੀਆਂ ਚੀਜ਼ਾਂ ਜਿਵੇਂ ਆਪਾਂ ਨੂੰ ਪਤਾ ਹੈ ਕਿ ਜਿਹੜੀ ਕਲਾਸ ਪੋਲਰਾਈਜੇਸ਼ਨ ਹੈ, ਖਾਸ ਤੌਰ ਤੇ ਜਿਹੜੀ ਵੋਟਾਂ ਦੀ ਜਿਹੜੀ ਵੰਡ ਸੀਗੀ ਉਸ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਗਈ। ਅਕਾਲੀ ਦਲ ਨੇ ਹਮੇਸ਼ਾ ਹੀ ਕੋਸ਼ਿਸ਼ ਕੀਤੀ ਹੈ ਕਿ ਉਹ ਡੇਰਾ ਪ੍ਰੇਮੀਆਂ ਦੀ ਜਿਹੜੀ ਸਿੰਪਥੀ ਹੈ ਉਹਨਾਂ ਦੀ ਲਵੇ ਔਰ ਉਹਦੇ ਇਵਜ਼ ਦੇ ਵਜੋਂ ਉਹ ਵੋਟਾਂ ਜਿਹੜੀਆਂ ਨੇ ਲੈ ਕੇ ਸੱਤਾ 'ਚ ਆਏ ਸੀਗੇ। ਆਪਾਂ ਨੂੰ ਵੀ ਪਤਾ ਹੈ ਕਿ 2 ਵਾਰੀ ਉਹ ਲਗਾਤਾਰ ਸੱਤਾ 'ਚ ਆਏ। ਉਹਦਾ ਵੱਡਾ ਕਾਰਨ ਇਹੀ ਸੀਗਾ ਕਿ ਜੇ ਆਪਾਂ ਥੋੜ੍ਹਾ ਜਿਹਾ ਇਹਨੂੰ ਬਰੀਕੀ 'ਚ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਬਹੁਤਾ ਜਿਹੜਾ ਡੇਰਾ ਪ੍ਰੇਮੀਆਂ ਨੇ ਅਕਾਲੀਆਂ ਨੂੰ ਵੋਟਾਂ ਪਾਈਆਂ ਸੀਗੀਆਂ ਔਰ ਉਹਦੇ ਵਿੱਚ ਉਹਨਾਂ ਨੂੰ ਲੱਗਦਾ ਸੀਗਾ ਕਿ ਕਿਉਂਕਿ ਅਕਾਲੀ ਜਿਹੜੇ ਨੇ ਇਹ ਡੇਰਾ ਪ੍ਰੇਮੀਆਂ ਦੇ ਨਾਲ ਮਿਲ ਕੇ ਗੱਲ ਕਰ ਰਹੇ ਸੀਗੇ ਔਰ ਉਹਨਾਂ ਨੂੰ ਵੋਟਾਂ ਦੇ ਰਹੇ ਸੀਗੇ। ਇਸ ਇਵਜ਼ ਦੇ ਵਿੱਚ ਤੁਹਾਨੂੰ ਵੀ ਯਾਦ ਹੋਏਗਾ, ਸਾਰਿਆਂ ਨੂੰ ਆਪਾਂ ਨੂੰ ਯਾਦ ਹੈ ਕਿ ਉਹਨਾਂ ਨੇ ਜਦੋਂ ਇੱਕ ਜਗ੍ਹਾ ਦੇ ਉੱਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਭੇਸ ਬਣਾ ਕੇ ਡੇਰਾ ਮੁਖੀ ਨੇ ਜਿਹੜੀ ਪੋਸ਼ਾਕ ਵੀ ਪਾਈ ਗਈ, ਕਲਗੀ ਲਾਈ ਗਈ ਔਰ ਉਸੇ ਤਰ੍ਹਾਂ ਦਾ ਜਿਹੜਾ ਹੈਗਾ ਇੱਕ ਕਿਸਮ ਦਾ ਅੰਮ੍ਰਿਤ ਛਕਾਉਣ ਦਾ ਜਿਹੜਾ ਹੈਗਾ ਨਾਟਕ ਕੀਤਾ ਗਿਆ। ਤਾਂ ਉਹਦੇ ਨਾਲ ਕੀ ਹੋ ਗਿਆ ਕਿ ਲੋਕਾਂ ਦੇ ਵਿੱਚ, ਖਾਸ ਤੌਰ ਤੇ ਸਿੱਖਾਂ ਦੇ ਵਿੱਚ ਇਹ ਵਿਰੋਧ ਦੀ ਭਾਵਨਾ ਪੈਦਾ ਹੋਏਗੀ ਕਿ ਇਸ ਕਿਸਮ ਦੀਆਂ ਗੱਲਾਂ ਪੰਜਾਬ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ। ਤਾਂ ਉੱਥੋਂ ਜਿਹੜਾ ਹੈਗਾ ਮਸਲਾ ਭਖਦਾ ਅਖੀਰ ਨੂੰ ਡੇਰਾ ਪ੍ਰੇਮੀ ਨੇ ਬਹੁਤ ਜਿਹੜਾ ਹੈਗਾ ਇਹ ਸੀਗਾ ਇੱਕ ਕਿਸਮ ਦਾ ਰੌਲਾ ਪਾਇਆ ਔਰ ਉਹਨਾਂ ਦੇ ਖਿਲਾਫ ਸਿੱਖਾਂ ਔਰ ਡੇਰਾ ਪ੍ਰੇਮੀਆਂ ਦੇ ਵਿਚਕਾਰ ਬਹੁਤ ਸਾਰੇ ਜਿਹੜੇ ਸੀ ਟਕਰਾਅ ਹੋਏ ਉਸ ਵੇਲੇ, ਤੁਹਾਨੂੰ ਯਾਦ ਹੋਏਗਾ। ਤਾਂ ਉਦੋਂ ਬਾਅਦ ਕੀ ਹੋ ਗਿਆ ਕਿ ਇਸ ਮਸਲੇ ਦੇ ਉੱਤੇ ਬਕਾਇਦਾ ਤੌਰ ਤੇ ਅਕਾਲੀ ਦਲ ਦੇ ਰਾਹੀਂ, ਅਕਾਲੀ ਦਲ ਉਸ ਵੇਲੇ ਕਿਉਂਕਿ ਸੱਤਾ ਦੇ ਵਿੱਚ ਸੀਗਾ, ਉਹਨਾਂ ਨੇ ਡੇਰਾ ਮੁਖੀ ਨੂੰ ਮਾਫੀਨਾਮਾ ਵੀ ਦਵਾਇਆ, ਤੁਹਾਨੂੰ ਵੀ ਯਾਦ ਹੋਏਗਾ। ਤਾਂ ਉਸ ਤੋਂ ਬਾਅਦ ਜਿਹੜੀ ਸੀਗੀ ਪੰਜਾਬ ਦੇ ਵਿੱਚ ਹੋਰ ਮਾਹੌਲ ਖਰਾਬ ਹੋਇਆ, ਹੋਰ ਜਿਹੜਾ ਹੈਗਾ ਅਕਾਲੀ ਦਲ ਦਾ ਅੰਦਰ ਖਾਤੇ ਵਿਰੋਧ ਹੋਣਾ ਸ਼ੁਰੂ ਹੋ ਗਿਆ। ਤਾਂ ਇਹ ਗੱਲ ਵੱਧਦੀ
ਜਿਹੜੀ ਹੈਗੀ ਹੈ ਇਹ ਹੋ ਗਿਆ ਕਿ ਹੁਣ ਅਸੀਂ ਡੇਰਾ ਪ੍ਰੇਮੀਆਂ ਦੇ ਮਨ ਦੇ ਵਿੱਚ ਇਹ ਆ ਗਿਆ ਕਿ ਹੁਣ ਅਸੀਂ ਜਿਹੜਾ ਹੈਗਾ ਸਿੱਖਾਂ ਤੋਂ ਬਦਲਾ ਲੈਣਾ ਹੈ। ਖਾਸ ਤੌਰ ਤੇ ਜਦੋਂ ਫਿਰ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਮੈਸੇਂਜਰ ਆਫ ਗੋਡ ਨੂੰ ਲੱਗਣ ਨਹੀਂ ਦਿੱਤਾ, ਲਗਾਤਾਰ ਜਿਹੜਾ ਹੈਗਾ ਬਹੁਤ ਸਾਰਾ ਵਿਰੋਧ ਹੁੰਦਾ ਰਿਹਾ। ਵੱਖ-ਵੱਖ ਸਿਨੇਮਿਆਂ ਦੇ ਵਿੱਚ ਪੁਲਿਸ ਜਿਹੜੀ ਸੀਗੀ ਉਹ ਲੱਗਦੀ ਰਹੀ ਔਰ ਬਹੁਤ ਸਾਰੀ ਸਖਤੀ ਜਿਹੜੀ ਹੈ ਉਸ ਵੇਲੇ ਕੀਤੀ ਗਈ। ਤਾਂ ਉਸ ਤੋਂ ਇਹ ਜਿਹੜਾ ਗੱਲਾਂ ਸਾਹਮਣੇ ਆ ਰਹੀਆਂ ਨੇ, ਉਹਨਾਂ ਨੇ ਕਿਹਾ ਕਿ ਅਸੀਂ ਜਿਹੜੇ ਡੇਰਾ ਪ੍ਰੇਮੀ ਫੜੇ ਗਏ ਨੇ ਕਿ ਅਸੀਂ ਆਪਣੇ ਜਿਹੜਾ ਉਸ ਗੁਰੂ ਦੀ ਰਾਮ ਰਹੀਮ ਦੀ ਅਸੀਂ ਜਿਹੜੀ ਅਪਮਾਨ ਹੈ ਉਹ ਅਸੀਂ ਨਹੀਂ ਸਹਿ ਸਕੇ ਔਰ ਉਹਦੇ ਇਵਜ਼ ਦੇ ਵਜੋਂ ਇਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ ਸੀਗਾ ਉਹਦੀ ਬੇਅਦਬੀ ਕੀਤੀ, ਉਹਦੇ ਅੰਗ ਜਿਹੜੇ ਸੀਗੇ ਉਹ ਫਾੜ ਕੇ ਸੁੱਟੇ ਗਏ ਔਰ ਬਰਗਾੜੀ ਦੇ ਵਿੱਚ ਇਹ ਸਾਰੀ ਵੱਡੀ ਘਟਨਾ ਵਾਪਰੀ। ਸੋ ਇਹ ਗੱਲਾਂ ਜਿਹੜੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਵਾਪਰੀਆਂ ਨੇ ਉਹਦੀਆਂ ਗੱਲਾਂ ਅੱਜ ਸਾਹਮਣੇ ਆਈਆਂ ਨੇ। ਸੋ ਮੈਂ ਸਮਝਦਾ ਹਾਂ ਕਿ ਚਲੋ ਦੇਰ ਆਏ ਦੁਰਸਤ ਆਏ, ਕੋਸ਼ਿਸ਼ ਆਪਣੇ ਵੱਲੋਂ ਸਰਕਾਰ ਨੇ ਕੀਤੀ ਹੈ। ਪਰਮਾਰ ਹੋਰਾਂ ਨੂੰ ਇਹ ਸਿਹਰਾ ਜਾਂਦਾ ਹੈ ਕਿ ਉਹਨਾਂ ਨੇ ਇਹ ਗੱਲਾਂ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਸੋ ਪਰ ਇਹਦੇ ਵਿੱਚ ਦੇਖਣ ਵਾਲੀ ਗੱਲ ਇਹ ਹੈ ਸੁਖਵਿੰਦਰ ਜੀ ਕਿ ਇਹਦੇ ਜਿਹੜੇ ਗ੍ਰਾਸ ਰੂਟ ਹੈ ਇਹਦਾ ਜਿਹੜਾ ਜੜ ਕਿੱਥੇ ਹੈ ਉਸ ਨੂੰ ਸਮਝਣ ਦੀ ਲੋੜ ਹੈ। ਉਹ ਮੈਨੂੰ ਲੱਗਦਾ ਹੈ ਕਿ ਉਹਦੇ ਵਿੱਚ ਸਾਡਾ ਜਿਹੜਾ ਸਿੱਖੀ ਦਾ ਜਿਹੜਾ ਸਾਡਾ ਇਸ ਵੇਲੇ ਦਾ ਜਿਹੜੇ ਹਾਲਾਤ ਨੇ ਉਹਦੇ ਵਿੱਚ ਉਹ ਵੀ ਕਿਤੇ ਨਾ ਕਿਤੇ ਦੋਸ਼ੀ ਇਸ ਲਈ ਨੇ ਕਿ ਕਿਤੇ ਨਾ ਕਿਤੇ ਇਸ ਮਾਮਲੇ ਨੂੰ ਜੇਕਰ ਸਮਝਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਜਿਸ ਤਰੀਕੇ ਨਾਲ ਅੱਜ ਕੈਪਟਨ ਅਮਰਿੰਦਰ ਸਿੰਘ ਦਾ ਟਾਈਮ ਸੀ ਚੰਡੀਗੜ੍ਹ ਉੱਥੇ ਮਾਫ ਕਰਨਾ ਦਿੱਲੀ ਕਮੇਟੀ ਦੇ ਅੱਗੇ ਪੇਸ਼ ਹੋਣ ਦਾ, ਤਾਂ ਉਹ ਅੱਜ ਗਏ ਨਹੀਂ, ਉਹਨਾਂ ਨੇ ਕੱਲ ਦਾ ਟਾਈਮ ਰੱਖਿਆ। ਜੇ ਕੱਲ ਨੂੰ ਜਿਹੜੀਆਂ ਵਿਧਾਇਕਾਂ ਨੇ ਜਿਵੇਂ ਸ਼ਿਕਾਇਤਾਂ ਦਿੱਤੀਆਂ ਹੋਈਆਂ ਕਿ ਭਾਈ ਬੇਅਦਬੀ ਦੇ ਜਿਹੜੇ ਦੋਸ਼ੀ ਹਾਲੇ ਤੱਕ ਫੜੇ ਨਹੀਂ ਗਏ, ਜੇਕਰ ਕੱਲ ਨੂੰ ਉੱਥੇ ਇਹ ਗੱਲਾਂ ਪੁੱਛਦੇ ਆ ਕਿ ਭਾਈ ਤੁਸੀਂ ਹਲੇ ਬੇਅਦਬੀ ਦੇ ਦੋਸ਼ੀ ਫੜੇ, ਉੱਥੇ ਕੈਪਟਨ ਅਮਰਿੰਦਰ ਸਿੰਘ ਇਹ ਗੱਲਾਂ ਕਹਿ ਸਕਦੇ ਆ ਕਿ ਭਾਈ ਅਸੀਂ ਕੱਲ ਬੇਅਦਬੀ ਦੇ ਦੋਸ਼ੀ ਫੜ ਲਏ, ਉਹ ਮਾਮਲਾ ਮੈਂ ਸੁਲਝਾਤਾ। ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਦੇ ਇਸ਼ਾਰੇ ਤੇ ਇਹਨਾਂ ਦੇ ਵੱਲੋਂ ਜਲਦਬਾਜ਼ੀ ਦੇ ਨਾਲ ਤੇਜ਼ੀ ਦੇ ਨਾਲ ਇਹ ਫੈਸਲੇ ਲੈ ਲਏ ਗਏ ਆ। ਕਿਤੇ ਜਿਵੇਂ ਪਹਿਲਾਂ ਜਲਦਬਾਜ਼ੀ ਦੇ ਵਿੱਚ ਫੈਸਲੇ ਲੈ ਲਏ ਗਏ ਤੇ ਕਿਤੇ ਇਹ ਫੈਸਲਾ ਗਲਤ ਤੇ ਨਹੀਂ ਹੋ ਜਾਏਗਾ, ਕਿਤੇ ਜਿਸ ਤਰੀਕੇ ਨਾਲ ਜਲਦਬਾਜ਼ੀ ਦੇ ਵਿੱਚ ਫੈਸਲੇ ਲਏ ਨੇ ਕਿਤੇ ਇਹ ਤਾਂ ਨਹੀਂ ਹੋਏਗਾ ਕਿ ਅੱਗੇ ਜਾ ਕੇ ਇਹ ਵੀ ਮਾਮਲਾ ਜਿਵੇਂ ਪਹਿਲਾਂ ਵਾਲੇ ਮਾਮਲੇ ਦੀ ਤਰ੍ਹਾਂ ਜਾ ਕੇ ਸਿਆਸੀ ਰੰਗਤ ਦੇ ਕੇ ਜਾਂ ਫਿਰ ਬੈਕਫੁੱਟ ਤੇ ਆਉਣਾ ਪੈ ਜਾਊਗਾ ਸਰਕਾਰ ਨੂੰ। ਦੇਖੋ ਸਰਕਾਰ ਨੂੰ ਬੈਕਫੁੱਟ ਤੇ ਤਾਂ ਆਉਣਾ ਹੀ ਪਏਗਾ ਕਿਉਂਕਿ ਜਿਹੜਾ ਮਸਲਾ ਤਾਂ ਅਸਲੀ ਇਹਦੇ ਪਿੱਛੇ ਉਹੀ ਗੱਲ ਹੈ ਨਾ ਕਿ ਜਿਹੜੇ ਵੱਡੇ ਮਗਰਮੱਛ ਬੈਠੇ ਨੇ, ਇਹ ਜਿਹੜੇ ਡੇਰਾ ਪ੍ਰੇਮੀਆਂ ਨੂੰ ਫੜ ਲੈਣਾ, ਉਹਨਾਂ ਨੂੰ ਸਜ਼ਾ ਦੇ ਦੇਣੀ, ਇਹ ਸਾਰੇ ਗਰੀਬ ਲੋਕ ਨੇ, ਆਮ ਸਧਾਰਨ ਜਿਹੜੇ ਨੇ ਉਹ ਲੋਕ ਨੇ। ਅਸਲੀ ਜਿਹੜਾ ਵਾਅਦਾ ਕੈਪਟਨ ਸਾਹਿਬ ਨੇ ਕੀਤਾ ਸੀ ਲੋਕਾਂ ਦੇ ਨਾਲ ਉਹ ਇਹੀ ਸੀਗਾ। ਚਾਹੇ ਤੁਸੀਂ ਆਪਾਂ ਉਹਨਾਂ ਦੀਆਂ ਵੀਡੀਓ ਜਿਹੜੀਆਂ ਵਾਇਰਲ ਹੋਈਆਂ ਸੀ ਉਸ ਵੇਲੇ ਉਹ ਜਦੋਂ ਦੇਖਦੇ ਉਹਨਾਂ ਨੇ ਕਿਹਾ ਸੀਗਾ ਕਿ ਇਹਦੇ ਜਿਹੜੇ ਅਸਲੀ ਇਹਦੇ ਜਿਹੜੇ ਨੇ ਵੱਡੇ ਮਗਰਮੱਛ ਨੇ ਉਹਨਾਂ ਨੂੰ ਮੈਂ ਫੜ ਕੇ ਅੰਦਰ ਦੇਵਾਂਗਾ। ਉਹਨਾਂ ਨੇ ਬਕਾਇਦਾ ਤੌਰ ਤੇ ਨਾਮ ਵੀ ਲਿਆ ਸੀਗਾ ਬਾਦਲ ਸਾਹਿਬ ਦਾ, ਬਾਦਲ ਪਰਿਵਾਰ ਦਾ, ਕਿ ਇਹ ਪਰਿਵਾਰ ਮੈਨੂੰ ਲੱਗਦਾ ਹੈ ਕਿ ਦੋਸ਼ੀ ਹੈ ਔਰ ਮੁੱਖ ਤੌਰ ਤੇ ਇਹਨਾਂ ਨੂੰ ਮੈਂ ਅੰਦਰ ਦੇਣ ਦੀ ਕੋਸ਼ਿਸ਼ ਕਰਾਂਗਾ ਔਰ ਕਿਹਾ ਸੀਗਾ ਕਿ ਕਰਾਂਗਾ ਮੈਂ, ਇਹ ਵੱਡਾ ਕੰਮ ਹੋਏਗਾ। ਸੋ ਹੁਣ ਕਿਉਂਕਿ ਕੱਲ ਪੇਸ਼ੀ ਹੈ, ਜਿਵੇਂ ਹੁਣ ਤੁਸੀਂ ਗੱਲ ਕਹਿ ਰਹੇ ਹੋ, ਉਹਨਾਂ ਨੇ ਇੱਕ ਕਿਸਮ ਦੀ ਗੋਂਗਲੂਆਂ ਤੋਂ ਮਿੱਟੀ ਝਾੜਨ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਲੋਕਾਂ ਨੂੰ ਇਹ ਲੱਗੇ ਕਿ ਕੈਪਟਨ ਸਾਹਿਬ ਬੜੇ ਹੁਣ ਤਾਂ ਫਾਸਟ ਹੋ ਗਏ ਨੇ, ਹੁਣ ਤਾਂ ਬਹੁਤ ਤੇਜ਼ੀ ਦੇ ਨਾਲ ਫੈਸਲੇ ਲੈ ਰਹੇ ਨੇ। ਇਸ ਕਰਕੇ ਕੈਪਟਨ ਸਾਹਿਬ ਜਿਹੜੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਵੱਡੇ ਐਲਾਨ ਜਿਹੜੇ ਉਹਨਾਂ ਨੇ ਕੀਤੇ ਹੋਏ ਆ ਉਹਨਾਂ ਦੇ ਉੱਤੇ ਪੂਰ ਚਾੜਨਗੇ, ਉਹਨਾਂ ਨੂੰ ਸਾਰਿਆਂ ਨੂੰ ਸਿਰੇ ਲਾਉਣਗੇ, ਵਾਅਦੇ ਪੂਰੇ ਨਿਭਾ ਦੇਣਗੇ। ਇਹ ਗੱਲਾਂ ਜਿਹੜੀਆਂ ਨੇ ਮੈਨੂੰ ਨਹੀਂ ਲੱਗਦਾ ਕਿ ਇਹ ਗੱਲਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੀਆਂ ਹੋ ਜਾਣਗੀਆਂ। ਕੈਪਟਨ ਸਾਹਿਬ ਦਾ ਜਿਹੜਾ ਰੋਲ ਰਿਹਾ ਪਿਛਲੇ 4.5 ਸਾਲ ਦਾ ਉਹ ਕੋਈ ਬਹੁਤਾ ਵਧੀਆ ਰੋਲ ਨਹੀਂ ਰਿਹਾ, ਆਪਾਂ ਸਾਰੇ ਜਾਣਦੇ ਹਾਂ। ਔਰ ਉਹਦਾ ਨਤੀਜਾ ਅੱਜ ਉਹਨਾਂ ਨੂੰ ਇਹ ਹੈ ਕਿ ਅੱਜ 3 ਮੈਂਬਰੀ ਕਮੇਟੀ ਦੇ ਸਾਹਮਣੇ ਉਹਨਾਂ ਨੂੰ ਪੇਸ਼ ਹੋਣਾ ਪੈ ਰਿਹਾ ਹੈ ਔਰ ਆਪਣੇ ਸਾਰੇ ਜਿਹੜੇ ਵੀ ਉਹਨਾਂ ਨੇ ਕੰਮ ਕੀਤੇ ਨੇ ਜਾਂ ਨਹੀਂ ਕੀਤੇ ਹੋਏ ਉਹਨਾਂ ਦਾ ਖੁਲਾਸਾ ਉਹਨਾਂ ਨੂੰ ਉਸ ਕਮੇਟੀ ਦੇ ਅੱਗੇ ਕਰਨਾ ਹੋਏਗਾ। ਸੋ ਇਸ ਕਰਕੇ ਇੱਕ ਪਾਸੇ ਦਾ ਉਹ ਗੋਂਗਲੂਆਂ ਤੋਂ ਮਿੱਟੀ ਝਾੜਨ ਦੀ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਨੇ, ਪਰ ਬੁਨਿਆਦੀ ਤੌਰ ਤੇ ਇੱਕ ਪਾਸੇ ਤੁਹਾਨੂੰ ਯਾਦ ਹੋਏਗਾ ਕਿ ਇਹਨਾਂ ਨੇ ਜਦੋਂ ਨਵੀਂ ਸਿੱਟ ਬਣੀ ਸੀ ਤਾਂ ਇਹਨਾਂ ਨੇ ਕਿਹਾ ਸੀਗਾ ਕਿ ਇਸ ਸਿੱਟ ਦੀ ਕੋਈ ਵੀ ਗੱਲ ਜਿਹੜੀ ਹੈਗੀ ਹੈ ਮੀਡੀਆ 'ਚ ਨਹੀਂ ਜਾਏਗੀ। ਠੀਕ ਹੈ ਨਾ। ਹੁਣ ਦੂਜੇ ਪਾਸੇ ਕੀ ਆ ਕਿ ਹਰ ਗੱਲ ਉਹ ਮੀਡੀਆ 'ਚ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਇੱਥੇ ਹੀ ਦਾਲ ਦੇ ਵਿੱਚ ਕੁਛ ਨਾ ਕੁਛ ਕਾਲਾ ਜਿਹੜਾ ਲੱਗਦਾ, ਆਪਣੀ ਚਮੜੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕੈਪਟਨ ਸਾਹਿਬ। ਔਰ ਇਸ ਨੂੰ ਇਹੀ ਗੱਲਾਂ ਜਿਹੜੀਆਂ ਨੇ ਹਜੇ ਤੱਕ ਕੋਈ ਰਿਜ਼ਲਟ ਉਹਨਾਂ ਨੇ ਕੱਢਿਆ ਨਹੀਂ ਹੈ, ਬਟ ਇਹ ਇਸੇ ਗੱਲ ਨੂੰ ਉਹ ਜਦੋਂ ਮੀਡੀਆ 'ਚ ਹਜੇ ਲੈ ਕੇ ਜਾ ਰਹੇ ਨੇ, ਇਹਦਾ ਮਤਲਬ ਹੈ ਕਿ ਇਹਦੇ ਵਿੱਚ ਸਿਆਸਤ ਜ਼ਿਆਦਾ ਹੋ ਰਹੀ ਹੈ, ਇਹਦੇ ਵਿੱਚ ਅਸਲੀਅਤ ਜਿਹੜੀ ਹੈਗੀ ਆ ਉਹ ਕਿਤੇ ਨਾ ਕਿਤੇ ਜਾ ਕੇ ਇਹਦੀ ਅਸਲੀਅਤ ਕੁਝ ਹੋਰ ਹੈ ਔਰ ਸਿਆਸਤ ਵੱਧ ਹੈ। ਜੀ ਸੁਖਵਿੰਦਰ ਜੀ। ਤਾਂ ਡਾਕਟਰ ਸਾਹਿਬ ਅਗਲੀ ਖਬਰ ਦੀ ਆਪਾਂ ਗੱਲਬਾਤ ਕਰੀਏ। ਕਾਂਗਰਸ ਦੇ ਅੰਦਰ ਜਿਹੜਾ ਹਲੇ ਵੀ ਕਾਟੋ ਕਲੇਸ਼ ਘਟਦਾ ਹੋਇਆ ਨਜ਼ਰ ਨਹੀਂ ਆ ਰਿਹਾ। ਬੇਸ਼ੱਕ ਬੈਠਕਾਂ ਦਾ ਦੌਰ ਲਗਾਤਾਰ ਜਾਰੀ ਹੈ ਇਸ ਕਲੇਸ਼ ਨੂੰ ਘਟਾਉਣ ਦੇ ਲਈ,
ਮੰਤਰੀਆਂ ਤੇ ਵਿਧਾਇਕਾਂ ਦੀਆਂ ਤੇ ਐਮਪੀਜ਼ ਦੀਆਂ ਮੀਟਿੰਗਸ ਹੋ ਰਹੀਆਂ ਨੇ, ਤਾਂ ਉਧਰ ਹੀ ਜਿਹੜੇ ਬਟਾਲੇ ਤੋਂ ਕਾਂਗਰਸ ਵੱਲੋਂ ਵਿਧਾਇਕ ਦੀ ਚੋਣ ਹਾਰ ਚੁੱਕੇ ਸੀ ਪਿਛਲੀਆਂ 2017 ਦੀਆਂ ਚੋਣਾਂ ਦੇ ਵਿੱਚ, ਉਹਨਾਂ ਨੇ ਆਪਣੇ ਮੰਤਰੀ ਦੇ ਉੱਪਰ ਗੰਭੀਰ ਇਲਜ਼ਾਮ ਲਾਏ ਨੇ। ਉਹ ਕਹਿੰਦੇ ਕਿ ਇਹ ਹਿੰਦੂ ਚਿਹਰੇ ਨੂੰ ਪਾਰਟੀ ਦੇ ਵਿੱਚੋਂ ਖਤਮ ਕਰਨਾ ਚਾਹੁੰਦੇ ਆ ਤੇ ਮੇਰੀ ਟਿਕਟ ਤੇ ਇਹ ਕਬਜ਼ਾ ਕਰਨਾ ਚਾਹੁੰਦੇ ਆ। ਆਪਦੇ ਹਲਕੇ ਨੂੰ ਇਹ ਛੱਡ ਕੇ ਮੇਰੇ ਹਲਕੇ ਦੇ ਵਿੱਚ ਇਹ ਉਦਘਾਟਨ ਕਰੀ ਜਾਂਦੇ ਆ। ਨਾਲ ਹੀ ਨਾਲ ਉਹਨਾਂ ਨੇ ਇਹ ਗੱਲ ਕਹੀ ਕਿ ਮੇਰੀ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਸੁਣੀ ਆ, ਨਾ ਜਾਖੜ ਨੇ ਸੁਣੀ ਆ। ਕਿਵੇਂ ਦੇਖਦੇ ਹੋ ਕਿ ਇਹ ਇਲਜ਼ਾਮਬਾਜ਼ੀ ਦੀ ਜਿਹੜੀ ਸਿਆਸਤ ਹਾਲੇ ਤੱਕ ਵੀ ਤੁਰੀ ਜਾ ਰਹੀ ਹੈ, ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਜਿਹੜੀਆਂ ਮੁਸ਼ਕਲਾਂ ਹੋਰ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ? ਬਿਲਕੁਲ ਸੁਖਵਿੰਦਰ ਜੀ, ਤੁਸੀਂ ਜਦੋਂ ਦੇਖੋਗੇ ਕਿ ਕਿਉਂਕਿ 22 ਜਿਹੜੀ ਹੈਗੇ ਬਹੁਤ ਨੇੜੇ ਨੇ ਚੋਣਾਂ, ਅਗਲੇ ਦਿਨਾਂ ਦੇ ਵਿੱਚ 5-7 ਜਿਹੜੇ ਨੇ ਮਹੀਨੇ ਰਹਿ ਗਏ ਨੇ, ਤਾਂ ਤੁਸੀਂ ਦੇਖੋਗੇ ਕਿ ਇਹਨਾਂ 5-7 ਮਹੀਨਿਆਂ ਦੇ ਵਿੱਚ ਇਦਾਂ ਦੀਆਂ ਘਟਨਾਵਾਂ, ਇਦਾਂ ਦਾ ਜਿਹੜਾ ਰੁਸ ਰਸਈਆ ਹੈ, ਇਦਾਂ ਦਾ ਜਿਹੜਾ ਕਾਟੋ ਕਲੇਸ਼ ਹੈ, ਹੋਰ ਲਗਾਤਾਰ ਵੱਧਦਾ ਜਾਏਗਾ। ਤੁਸੀਂ ਦੇਖਿਆ ਕਿ ਇੱਕ ਤੋਂ ਇੱਕ ਬਾਅਦ ਇੱਕ ਜਿਹੜੇ ਨੇ ਚਾਹੇ ਵਿਧਾਇਕ ਹੋਣ, ਚਾਹੇ ਐਮਐਲਏ ਹੋਣ ਜਾਂ ਮਿਨਿਸਟਰ ਸਾਹਿਬਾਨ ਹੋਣ, ਉਹ ਲਗਾਤਾਰ ਕੈਪਟਨ ਸਾਹਿਬ ਦੇ ਖਿਲਾਫ ਆਵਾਜ਼ ਬੁਲੰਦ ਕਰ ਰਹੇ ਨੇ। ਹੁਣ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਜਿਹੜੀ ਸੇਖੜੀ ਜੀ ਦੀ ਗੱਲ ਕੀਤੀ ਹੈ, ਸੇਖੜੀ ਜੀ ਇੱਕ ਚੰਗਾ ਚਿਹਰਾ ਜਿਹੜੇ ਨੇ ਮੰਨੇ ਜਾਂਦੇ ਨੇ, ਪਰ ਜਿਵੇਂ ਤੁਸੀਂ ਕਿਹਾ ਕਿ ਤ੍ਰਿਪਤ ਰਜਿੰਦਰ ਬਾਜਵਾ ਜਿਹੜੇ ਕਿ ਕੈਪਟਨ ਸਾਹਿਬ ਦੇ ਬਹੁਤ ਨੇੜੇ ਦੇ ਸਾਥੀ ਮੰਨੇ ਜਾਂਦੇ ਨੇ, ਉਹ ਉਹਨਾਂ ਦੇ ਇਲਾਕੇ ਦੇ ਵਿੱਚ ਆ ਕੇ ਦਖਲਅੰਦਾਜ਼ੀ ਕਰ ਰਹੇ ਨੇ ਔਰ ਲਗਾਤਾਰ ਉਹਨਾਂ ਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਇਹ ਇਲਾਕਾ ਜਿਹੜਾ ਹੈਗਾ ਇਹ ਮੇਰੇ ਅੰਡਰ ਹੋ ਜਾਏ। ਔਰ ਹੋ ਸਕਦਾ ਹੈ ਕਿ ਜਿਵੇਂ ਸੇਖੜੀ ਜੀ ਕਹਿੰਦੇ ਨੇ ਕਿ ਅਗਲੀਆਂ ਚੋਣਾਂ ਤ੍ਰਿਪਤ ਰਜਿੰਦਰ ਬਾਜਵਾ ਹੋਰੀ ਬਟਾਲੇ ਤੋਂ ਲੜਨਾ ਚਾਹਣ। ਸੋ ਇਹ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਉਹਨਾਂ ਦੇ ਏਰੀਏ ਦੇ ਉੱਤੇ ਜਿਹੜਾ ਹੈਗਾ, ਖਾਸ ਤੌਰ ਤੇ ਉਹਨਾਂ ਦੀ ਜਿਹੜੀ ਟਿਕਟ ਹੈ ਉਹਦੇ ਉੱਤੇ ਵੱਡਾ ਡਾਕਾ ਜਿਹੜਾ ਹੈਗਾ ਪੈ ਰਿਹਾ ਹੈ। ਸੋ ਇਸ ਕਰਕੇ ਸੇਖੜੀ ਸਾਹਿਬ ਦਾ ਜਿਹੜੀ ਚਿੰਤਾ ਹੈ ਇਹ ਵਧਣੀ ਸੁਭਾਵਿਕ ਹੈ, ਕੁਦਰਤੀ ਹੈ। ਸੋ ਉਹਨਾਂ ਨੂੰ ਇਹੀ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਉਹ ਇੱਕ ਹਿੰਦੂ ਚਿਹਰਾ ਆਪਣੇ ਆਪ ਨੂੰ ਦੱਸਦੇ ਨੇ ਕਿ ਮੈਂ ਹਿੰਦੂ ਚਿਹਰਾ ਹਾਂ, ਔਰ ਕਾਂਗਰਸ ਕਿਉਂਕਿ ਇੱਕ ਧਰਮ ਨਿਰਪੱਖ ਪਾਰਟੀ ਆਪਣੇ ਆਪ ਨੂੰ ਕਹਾਉਂਦੀ ਹੈ। ਸੋ ਉਹਨਾਂ ਨੂੰ ਇਹੀ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹਿੰਦੂਆਂ ਨੂੰ ਵੀ ਜਿਹੜਾ ਹੈਗਾ ਟਿਕਟਾਂ ਦਿੱਤੀਆਂ ਜਾਣ, ਉਹਨਾਂ ਦੇ ਚਿਹਰੇ ਜਿਹੜੇ ਨੇ ਅੱਗੇ ਲਿਆਂਦੇ ਜਾਣ, ਤਾਂ ਕਿ ਪੰਜਾਬ ਦੇ ਵਿੱਚ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ 40% ਜਿਹੜੇ ਲੋਕ ਨੇ ਉਹ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਨੇ। ਉਹਨਾਂ ਨੇ ਕਿਹਾ ਕਿ ਜੇ ਆਪਾਂ ਦਲਿਤ ਭਾਈਚਾਰਾ, ਹਿੰਦੂ ਭਾਈਚਾਰਾ ਜਿਹੜਾ ਹੈਗਾ ਉਹਨਾਂ ਨੂੰ ਵੀ ਮਿਲਾ ਲਈਏ ਔਰ ਬਾਕੀ ਸਾਰੇ ਮਿਲਾ ਕੇ ਉਹਨਾਂ ਨੇ ਕਿਹਾ ਕਿ ਅਸੀਂ ਵੱਡੀ ਗਿਣਤੀ ਦੇ ਵਿੱਚ ਆਉਨੇ ਆ। ਸੋ ਇਸ ਕਰਕੇ ਜੇਕਰ ਇੱਕ ਵੱਡਾ ਸਵਾਲ ਉਹਨਾਂ ਨੇ ਇਹੀ ਕੈਪਟਨ ਸਾਹਿਬ ਦੇ ਉੱਤੇ ਕੀਤਾ ਹੈ ਕਿ ਜੇਕਰ ਇਹ ਸਾਰੀਆਂ ਚੀਜ਼ਾਂ ਖਤਮ ਕੀਤੀਆਂ ਜਾਣਗੀਆਂ, ਇੱਕ ਧਰਮ ਨਿਰਪੱਖ ਦਾ ਜਿਹੜਾ ਉਹਦਾ ਇੱਕ ਚਿਹਰਾ ਹੈ ਕਾਂਗਰਸ ਦਾ, ਉਹਨੂੰ ਜੇ ਅਸੀਂ ਖਤਮ ਕਰਾਂਗੇ ਤਾਂ ਲਾਜ਼ਮੀ ਤੌਰ ਤੇ ਜਿਹੜੇ ਹਿੰਦੂ ਭਾਈਚਾਰੇ ਦੇ ਲੋਕ ਨੇ ਉਹ ਕਾਂਗਰਸ ਤੋਂ ਵੱਖਰੇ ਹੋਣਗੇ। ਸੋ ਇੱਕ ਵੱਡਾ ਸਵਾਲ ਉਹਨਾਂ ਨੇ ਇਸ ਵੇਲੇ ਰੱਖਿਆ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਦਾਂ ਦੇ ਬਹੁਤ ਸਾਰੇ ਸਵਾਲ ਤੁਸੀਂ ਦੇਖੋਗੇ, ਵੱਖ-ਵੱਖ ਵਿਧਾਇਕਾਂ ਦੇ ਰਾਹੀਂ, ਵੱਖ-ਵੱਖ ਐਮਐਲਏ ਸਾਹਿਬਾਨ ਦੇ ਰਾਹੀਂ, ਵੱਖ-ਵੱਖ ਮਿਨਿਸਟਰਾਂ ਦੇ ਰਾਹੀਂ ਇਹ ਆਉਣਗੇ, ਉੱਠਣਗੇ ਸਵਾਲ। ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜੀ 3 ਮੈਂਬਰੀ ਕਮੇਟੀ ਹੈ ਇਹ ਹੱਲ ਕਰ ਪਾਏਗੀ। ਇਹ ਹੌਲੀ-ਹੌਲੀ ਜਿਹੜਾ ਹੈਗਾ ਇਹ ਸਾਰਾ ਵਿਰੋਧ ਜਿਹੜਾ ਕੈਪਟਨ ਦੇ ਖਿਲਾਫ ਵੱਧਦਾ ਜਾਏਗਾ ਔਰ ਅਖੀਰ ਨੂੰ ਤੁਸੀਂ ਇਹੀ ਆਪਾਂ ਮੰਨ ਕੇ ਚੱਲੀਏ ਕਿ ਕਾਂਗਰਸ ਨੂੰ ਇਹਦਾ ਨੁਕਸਾਨ ਹੋਣ ਦੀਆਂ ਜ਼ਿਆਦਾ ਸੰਭਾਵਨਾਵਾਂ ਨੇ। ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਹੁਣ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਲਾਂ ਵੱਧਦੀਆਂ ਜਾ ਰਹੀਆਂ ਨੇ, ਹੁਣ ਹਰੀਸ਼ ਰਾਵਤ ਦੇ ਵੱਲੋਂ ਵੀ ਬਿਆਨ ਆਇਆ ਸੀ, ਕਹਿੰਦੇ ਕਿ ਠੀਕ ਅਸੀਂ ਐਮਪੀ ਵਿਧਾਇਕਾਂ ਤੇ ਮੰਤਰੀਆਂ ਦੇ ਨਾਲ ਜਿਹੜੀ ਹੈ ਇਹ ਬੈਠਕ ਕੀਤੀ ਹੈ ਤੇ ਅਸੀਂ ਜਿਹੜੇ ਹਾਰੇ ਹੋਏ ਵਿਧਾਇਕ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਬੁਲਾਵਾਂਗੇ। ਕੀ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰ ਘਿਰਦੇ ਦਿਖਾਈ ਦੇਣਗੇ? ਕਿਉਂਕਿ ਇੱਕ ਤਾਂ ਪਹਿਲਾਂ ਲਿਸਟ ਕਾਫੀ ਜ਼ਿਆਦਾ ਲੰਬੀ ਹੈ ਉਹਨਾਂ ਦੇ ਵਿਰੋਧੀਆਂ ਦੀ, ਜੇਕਰ ਹੁਣ ਇਹਨਾਂ ਲੋਕਾਂ ਨੂੰ ਵੀ ਬੁਲਾਇਆ ਜਾਊਗਾ ਤਾਂ ਲਿਸਟ ਜਿਹੜੀ ਆ ਹੋਰ ਜ਼ਿਆਦਾ ਲੰਬੀ ਹੋ ਜੂਗੀ। ਬਿਲਕੁਲ, ਤੁਸੀਂ ਦੇਖੋਗੇ ਇਹੀ ਗੱਲ ਮੈਂ ਕਹਿ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਲਿਸਟ ਹੋਰ ਲੰਬੀ ਹੁੰਦੀ ਜਾਣੀ ਹੈ। ਹਰ ਰੋਜ਼ ਕੋਈ ਨਾ ਕੋਈ ਨਵਾਂ, ਚਾਹੇ ਉਹ ਐਮਐਲਏ ਹੈ, ਚਾਹੇ ਜਿੱਤਿਆ ਹੋਇਆ, ਚਾਹੇ ਹਾਰਿਆ ਹੋਇਆ, ਚਾਹੇ ਉਹ ਸਾਬਕਾ ਹੈ, ਚਾਹੇ ਟਕਸਾਲੀ ਹੈ, ਚਾਹੇ ਦੂਜੀਆਂ ਪਾਰਟੀਆਂ 'ਚੋਂ ਆਇਆ ਹੋਇਆ, ਉਸ ਨੇ ਕਿਤੇ ਨਾ ਕਿਤੇ ਜਾ ਕੇ ਅਮਰਿੰਦਰ ਸਿੰਘ ਹੋਰਾਂ ਦੇ ਖਿਲਾਫ ਬਗਾਵਤ ਕਰਨੀ ਹੈ। ਇਹ ਗੱਲ ਤੈਅ ਹੈ। ਉਹਦਾ ਵੱਡਾ ਕਾਰਨ ਸੁਖਵਿੰਦਰ ਜੀ ਇਹ ਹੈ ਕਿ 4.5 ਸਾਲਾਂ ਤੋਂ ਕੈਪਟਨ ਸਾਹਿਬ ਨਹੀਂ ਮਿਲੇ, ਨਾ ਉਹ ਲੋਕਾਂ ਨੂੰ ਮਿਲੇ ਨੇ, ਪੰਜਾਬ 'ਚ ਵੜੇ ਨੇ, ਨਾ ਉਹ ਆਪਣੇ ਵਿਧਾਇਕਾਂ ਨੂੰ ਮਿਲੇ ਨੇ, ਨਾ ਉਹ ਆਪਣੇ ਮਿਨਿਸਟਰਾਂ ਨੂੰ ਮਿਲਦੇ ਨੇ, ਨਾ ਉਹ ਆਪਣੇ ਜਿਹੜੇ ਨੇ ਵਲੰਟੀਅਰ ਸਾਹਿਬਾਨ ਨੇ ਉਹਨਾਂ ਨੂੰ ਮਿਲਦੇ ਨੇ। ਸੋ ਜਦੋਂ ਤੁਹਾਡਾ ਕੈਪਟਨ ਜਿਹੜਾ ਹੈਗਾ, ਜਦੋਂ ਤੁਹਾਡਾ ਮੁੱਖ ਮੰਤਰੀ ਹੈ ਉਹ ਤੁਹਾਨੂੰ ਨਹੀਂ ਮਿਲਦਾ ਤਾਂ ਲਾਜ਼ਮੀ ਤੌਰ ਤੇ ਇਦਾਂ ਦੀਆਂ ਸਮੱਸਿਆਵਾਂ ਆਉਣੀਆਂ ਕੁਦਰਤੀ ਨੇ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਉਹ ਜਿਹੜੀ 4.5 ਸਾਲ ਦੀ ਇੱਕ ਫਰਸਟ੍ਰੇਸ਼ਨ ਹੈ ਉਹ ਇਕੱਠੀ ਹੋ ਚੁੱਕੀ ਹੈ ਔਰ ਉਹ ਹੁਣ ਹੌਲੀ-ਹੌਲੀ ਸਮੇਂ ਦੇ ਨਾਲ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਬਹੁਤ ਤੇਜ਼ੀ ਦੇ ਨਾਲ ਉਹਦਾ ਫਰਸਟ੍ਰੇਸ਼ਨ ਦਾ ਉਭਾਰ ਆਏਗਾ ਔਰ ਬਹੁਤ ਤੇਜ਼ੀ ਦੇ ਨਾਲ
ਜਿਹੜਾ ਹੈਗਾ ਪ੍ਰੈਸ਼ਰ ਪਏਗਾ ਕੈਪਟਨ ਸਾਹਿਬ ਦੇ ਉੱਤੇ ਔਰ ਇਹਦੇ ਵਿੱਚ ਜਿਹੜੀ ਇਹਨਾਂ ਦੀ ਹਾਈ ਕਮਾਂਡ ਹੈ ਕੀ ਉਹ ਫੈਸਲਾ ਲੈਂਦੀ ਹੈ ਕਿ ਉਹ ਕੈਪਟਨ ਸਾਹਿਬ ਨੂੰ ਬਦਲਣਾ ਚਾਹੇਗੀ ਜਾਂ ਇਹਨਾਂ ਨੂੰ ਰੱਖਣਾ ਚਾਹੇਗੀ ਜਾਂ ਇਹਨਾਂ ਨੂੰ ਬਾਈ ਦਾ ਚਿਹਰਾ ਬਣਾਉਣਾ ਚਾਹੇਗੀ, ਇਹ ਉਹਨਾਂ ਦੇ ਨਿਰਭਰ ਕਰੇਗਾ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕੈਪਟਨ ਸਾਹਿਬ ਦੀਆਂ ਜਿਹੜੀਆਂ ਸਮੱਸਿਆਵਾਂ ਨੇ, ਸੰਕਟ ਨੇ, ਉਹ ਵਧਣਗੇ, ਇਹਦੇ 'ਚ ਕੋਈ ਦੋਰਾਵਾ ਨਹੀਂ ਜੀ। ਅਗਲੀ ਖਬਰ ਦੀ ਜੇਕਰ ਆਪਾਂ ਗੱਲਬਾਤ ਕਰੀਏ, ਹਾਲਾਂਕਿ ਭੂਮਿਕਾ ਦੇ ਵਿੱਚ ਇਹ ਖਬਰ ਆਪਾਂ ਨਹੀਂ ਦੱਸ ਸਕੇ, ਜਿਸ ਤਰੀਕੇ ਦੇ ਨਾਲ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ, ਇਹ ਤਾਂ ਚਲੋ ਕਾਂਗਰਸ ਸਰਕਾਰ ਦੀ ਤਾਂ ਗਲਤ ਗੱਲ ਹੈਗੀ ਆ, ਨੌਜਵਾਨਾਂ ਦੇ, ਬੇਰੁਜ਼ਗਾਰ ਨੌਜਵਾਨਾਂ ਦੇ ਹੱਕਾਂ ਦੇ ਉੱਪਰ ਡਾਕਾ ਹੈਗਾ, ਪਰ ਵਿਰੋਧੀ ਧਿਰਾਂ ਇਸ ਤੇ ਕੀ ਕਰ ਰਹੀਆਂ ਨੇ? ਵਿਰੋਧੀ ਧਿਰਾਂ ਵੀ ਕਹਿੰਦੀਆਂ ਨੇ ਕਿ ਅਸੀਂ ਭਾਈ ਲੋਕਾਂ ਲਈ ਖੜੇ ਹਾਂ, ਅਸੀਂ ਲੋਕਾਂ ਨੇ ਮੁੱਦੇ ਚੱਕੇ ਆ। ਇਹ ਮੁੱਦਾ ਸਿਰਫ ਇਹੀ ਕਹਿ ਕੇ ਪੱਲਾ ਛੜਾਇਆ ਜਾ ਰਿਹਾ ਕਿ ਆਮ ਆਦਮੀ ਪਾਰਟੀ ਕਹਿੰਦੀ ਜੇਕਰ ਸਾਡੀ ਸਰਕਾਰ ਬਣੂਗੀ ਤਾਂ ਅਸੀਂ ਇਹਨਾਂ ਨੂੰ ਆ ਕੇ ਜਿਹੜੇ ਇਹਨਾਂ ਨੂੰ ਲੋਕਾਂ ਨੂੰ, ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਤੋਂ ਲਾ ਦਾਂਗੇ। ਅਕਾਲੀ ਦਲ ਕਹਿੰਦਾ ਕਿ ਅਸੀਂ ਲਾ ਦਾਂਗੇ, ਪਰ ਲਾ ਤਾਂ ਤੁਸੀਂ ਤਾਂ ਦਿਓਗੇ ਨਾ ਜੇ ਤੁਹਾਡੀ ਸਰਕਾਰ ਆਏਗੀ। ਜੇਕਰ ਤੁਹਾਡੀ ਸਰਕਾਰ ਨਾ ਆਈ ਤਾਂ ਤੁਸੀਂ ਅੱਜ ਨੌਕਰੀਆਂ ਰੋਕਣ ਦੇ ਲਈ ਕਰ ਕੀ ਰਹੇ ਹੋ? ਕਿਤੇ ਨਾ ਕਿਤੇ ਅੱਜ ਵੀ ਕੋਈ ਨਾ ਕੋਈ ਕਦਮ ਚੱਕਣ ਦੀ ਜ਼ਰੂਰਤ ਹੈ। ਸੁਖਵਿੰਦਰ ਜੀ ਦੇਖੋ, ਵਿਰੋਧੀ ਧਿਰ ਦਾ ਜਿਹੜਾ ਕੰਮ ਹੁੰਦਾ ਉਹ ਹੁੰਦਾ ਚੌਕੀਦਾਰੀ ਕਰਨਾ। ਚੌਕੀਦਾਰ ਦਾ ਮਤਲਬ ਹੈ ਕਿ ਕੋਈ ਮਾੜੀ ਕੰਮ ਜਦੋਂ ਵਾਪਰਦਾ ਹੈ ਤਾਂ ਕੋਈ ਮੰਨ ਲਓ ਕੋਈ ਗਲਤ ਗੱਲ ਹੋ ਰਹੀ ਹੈ ਕਿਸੇ ਵੀ ਪਿੰਡ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ, ਤਾਂ ਉੱਥੋਂ ਲੋਕਾਂ ਨੂੰ ਅਗਾਹ ਕਰਨਾ ਹੈ, ਲੋਕਾਂ ਨੂੰ ਚੇਤਨ ਕਰਨਾ ਹੈ, ਲੋਕਾਂ ਨੂੰ ਜਾਗਦੇ ਰੱਖਣਾ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਵਿਰੋਧੀ ਧਿਰਾਂ ਨੂੰ ਇਹ ਕੰਮ ਕਰਨੇ ਚਾਹੀਦੇ ਨੇ, ਚਾਹੇ ਉਹ ਅਕਾਲੀ ਦਲ ਹੈ, ਚਾਹੇ ਬੀਜੇਪੀ ਹੈ ਇਸ ਵੇਲੇ, ਚਾਹੇ ਉਹ ਆਮ ਆਦਮੀ ਪਾਰਟੀ ਹੈ। ਜਿਹੜੇ ਵੀ ਵਿਰੋਧੀ ਧਿਰ ਦੇ ਵਿੱਚ, ਚਾਹੇ ਉਹਨਾਂ ਦੇ ਐਮਐਲਏ ਘੱਟ ਨੇ ਜਾਂ ਵੱਧ ਨੇ, ਜਿੰਨੇ ਵੀ ਵਿਰੋਧੀ ਧਿਰਾਂ ਦੇ ਵਿੱਚ ਇਹ ਐਮਐਲਏ ਸਾਹਿਬਾਨ ਸ਼ਾਮਲ ਨੇ, ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਜਿਹੜਾ ਹੈਗਾ ਨੋਟਿਸ ਲੈਣਾ ਬਣਦਾ ਔਰ ਇਹਨਾਂ ਦੇ ਉੱਤੇ ਜਿਹੜਾ ਹੈਗਾ ਸੰਘਰਸ਼ ਕਰਨਾ ਚਾਹੀਦਾ। ਕਿਤੇ ਦਾ ਇੱਕ ਪਾਸੇ ਕਹਿ ਰਹੇ ਸੀ ਕੈਪਟਨ ਸਾਹਿਬ ਕਿ ਘਰ ਘਰ ਨੌਕਰੀ ਦੇ ਦੂੰਗਾ। ਹੁਣ ਆਪਾਂ ਨੂੰ ਪਤਾ ਹੈ ਕਿ 4-4.5 ਸਾਲਾਂ ਦੇ ਵਿੱਚ ਜਿਹੜੇ ਐਮਐਲਏ ਸਾਹਿਬਾਨ ਨੇ ਜਾਂ ਜਿਹੜੇ ਟਕਸਾਲੀ ਕਾਂਗਰਸੀ ਨੇ, ਉਹਨਾਂ ਦੇ ਪੁੱਤਰਾਂ ਨੂੰ ਹੀ ਨੌਕਰੀਆਂ ਮਿਲੀਆਂ ਨੇ। ਸੋ ਆਪਾਂ ਨੂੰ ਚਾਹੇ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਬੇਅੰਤ ਸਿੰਘ ਹੋਰਾਂ ਦੇ ਪਰਿਵਾਰ ਦੇ ਜਿਹੜੇ ਹੈਗੇ ਉਹਨਾਂ ਨੂੰ ਡੀਐਸਪੀ ਬਣਾਇਆ ਗਿਆ ਸੀਗਾ, ਇਸੇ ਤਰ੍ਹਾਂ ਹੁਣ ਜਿਹੜੇ ਨੇ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਨੂੰ ਬਣਾਇਆ ਜਾ ਰਿਹਾ। ਸੋ ਇਹ ਆਪਣੇ ਆਪ 'ਚ ਇੱਕ ਮਾੜੀ ਗੱਲ ਹੈ ਔਰ ਵਿਰੋਧੀ ਧਿਰਾਂ ਨੂੰ ਇਹਦਾ ਚੰਗਾ ਨੋਟਿਸ ਲੈਣਾ ਬਣਦਾ ਔਰ ਵਿਰੋਧ ਸੜਕਾਂ ਦੇ ਉੱਤੇ ਆ ਕੇ ਕਰਨਾ ਚਾਹੀਦਾ। ਬਿਲਕੁਲ। ਤਾਂ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ। ਤਾਂ ਇਹ ਸਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਹਨਾਂ ਪੂਰੀਆਂ ਤਮਾਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ, ਵਿਚਾਰ ਚਰਚਾ ਕੀਤੀ ਗਈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਵਿਚਾਰ ਜਿਹੜੇ ਆ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।